जी का खालसा वाहिगुरु जी की फतेह। आओ गुरु प्यारे गुरु सवारे सतसंगी जनो, पातशाह जी की अपार किरपा बख्शिश दा सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਮਨਮੁਖ ਪੜ੍ਹੇ ਪੰਡਤ ਕਹਾਵਹਿ, ਦੂਜੈ ਭਾਏ ਮਹਾਂ ਦੁਖ ਪਾਵਹਿ। ਮਨਮੁਖ ਪੜ੍ਹੇ ਪੰਡਤ ਕਹਾਵਹਿ, ਦੂਜੈ ਭਾਏ ਮਹਾਂ ਦੁਖ ਪਾਵਹਿ। ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਜੂਨੀ ਆਵਨਿਆ। ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰ ਮਿਲਾਵਨਿਆ। ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰ ਮਿਲਾਵਨਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਔਰ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 128 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਪਵਿੱਤਰ ਬਚਨਾਂ ਰਾਹੀਂ ਸਾਨੂੰ ਕੀ ਗਿਆਨ ਬਖਸ਼ਦੇ ਹਨ, ਸਰਵਣ ਕਰੀਏ। ਮਾਝ ਮਹੱਲਾ ਤੀਜਾ। ਮਨਮੁਖ ਪੜ੍ਹੇ ਪੰਡਤ ਕਹਾਵਹਿ, ਦੂਜੈ ਭਾਏ ਮਹਾਂ ਦੁਖ ਪਾਵਹਿ। ਤੋ ਇਹ ਸ਼ਬਦ ਦੀ ਉਥਾਨਕਾ ਦੇ ਮੁਤਾਬਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਵਿਦਵਾਨ ਪੰਡਤ ਦੇ ਨਾਲ ਗਿਆਨ ਚਰਚਾ ਹੋਈ ਹੈ। ਔਰ ਉਹ ਪੰਡਤ ਜੋ ਬੜਾ ਵਿਦਵਾਨ ਸੀ, ਵੇਦਾਂ ਦਾ ਗਿਆਤਾ ਸੀ, ਵੇਦਾਂਤੀ ਸੀ, ਜਿਸ ਵੇਲੇ ਉਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਿਆ ਤਾਂ ਉਸ ਨੇ ਬੜੇ ਹੀ ਹੰਕਾਰ ਦੇ ਵਿੱਚ ਮਾਣ ਦੇ ਵਿੱਚ ਕਿਹਾ ਕਿ ਅਸੀਂ ਵੇਦਾਂ ਦੇ ਬਕਤੇ ਹਾਂ, ਅਸੀਂ ਵੇਦਾਂਤ ਨੂੰ ਜਾਣਦੇ ਹਾਂ, ਭਾਵ ਵੇਦਾਂ ਵਿੱਚ ਕੀ ਲਿਖਿਆ ਉਹ ਅਸੀਂ ਜਾਣਦੇ ਹਾਂ, ਸਾਨੂੰ ਵੇਦਾਂ ਦਾ ਬਹੁਤ ਗਿਆਨ ਹੈ, ਤੇ ਤੁਸੀਂ ਕੇਵਲ ਨਾਮ ਦਾ ਪ੍ਰਚਾਰ ਕਰਦੇ ਹੋ, ਵਈ ਨਾਮ ਜਪਣਾ ਚਾਹੀਦਾ। ਤੁਹਾਡੇ ਸਿੱਖਾਂ ਦੀ ਮੁਕਤੀ ਕਿਵੇਂ ਹੋਵੇਗੀ? ਸਾਡੀ ਤਾਂ ਵੇਦਾਂ ਦੇ ਗਿਆਨ ਨਾਲ ਮੁਕਤੀ ਹੋ ਜਾਵੇਗੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਉੱਥੇ ਬਖਸ਼ਿਸ਼ ਕਰਦੇ ਹਨ। ਇਹ ਉਥਾਨਕਾ ਹੈ ਜਿਸ ਵੇਲੇ ਇਹਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਸਲੀ ਗੱਲ ਦੱਸਣੀ ਕੀਤੀ ਇਹਨਾਂ ਬ੍ਰਾਹਮਣਾਂ ਨੂੰ, ਇਹਨਾਂ ਪੰਡਤਾਂ ਨੂੰ ਜੋ ਵੇਦਾਂ ਦੇ ਵੇਦਾਂਤੀ ਸਨ, ਵੇਦਾਂ ਦੇ ਜਾਣਨ ਵਾਲੇ ਸਨ।
ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਕੋਈ ਵੇਦਾਂ ਦਾ ਪੂਰਾ ਗਿਆਨ ਪ੍ਰਾਪਤ ਕਰ ਲਵੇ ਪਰ ਉਹ 'ਤੇ ਅਮਲ ਨਾ ਕਰੇ, ਆਲਮਾ ਅਮਲਾਂ ਬਾਝੋਂ ਇਲਮ ਨਿਕੰਮੇ ਸਾਰੇ। ਇਲਮ ਹੁੰਦਾ ਹੈ ਗਿਆਨ ਹੋਣਾ। ਜੇ ਉਸ ਗਿਆਨ 'ਤੇ ਬੰਦਾ ਚੱਲਿਆ ਨਹੀਂ ਤੇ ਫਿਰ ਉਸ ਦਾ ਕੋਈ ਫਾਇਦਾ ਨਹੀਂ ਹੋਣਾ। ਜਿਵੇਂ ਕੋਈ ਡਾਕਟਰ ਤੋਂ ਦਵਾਈ ਲਿਆ ਕੇ ਆਲੇ ਵਿੱਚ ਰੱਖ ਦੇਵੇ ਘਰੇ, ਪਰ ਉਹਨੂੰ ਵਰਤੇ ਨਾ ਤੇ ਬਿਮਾਰੀ ਕਿਵੇਂ ਹਟੇਗੀ? ਉਸੇ ਤਰ੍ਹਾਂ ਹੀ ਗੁਰਬਾਣੀ ਦਾ ਗਿਆਨ, ਵੇਦਾਂ ਦਾ ਗਿਆਨ ਇਹਨੂੰ ਪ੍ਰਾਪਤ ਕਰ ਲਿਆ, ਪਰ ਜੇ ਇਹਦੇ ਮੁਤਾਬਕ ਚੱਲਿਆ ਨਾ ਫਿਰ ਫਾਇਦਾ ਕੀ? ਫਿਰ ਜਿਹੋ ਜਿਹੇ ਗ੍ਰੰਥਾਂ ਵਿੱਚ ਬਾਣੀ ਪਈ ਆ, ਜਿਹੋ ਜਿਹੀ ਤੂੰ ਆਪਣੀ ਬੁੱਧੀ ਵੀ ਯਾਦ ਕਰ ਲਈ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਿਆਨ ਕਰਦੇ ਹਨ ਉਸ ਬ੍ਰਾਹਮਣਾਂ ਨੂੰ, ਉਹਨਾਂ ਪੰਡਤਾਂ ਨੂੰ, ਵਿਦਵਾਨਾਂ ਨੂੰ ਗਿਆਨ ਦਿੰਦੇ ਹੋਏ, ਮਨ ਮੁਖ ਪੜ੍ਹੇ ਪੰਡਤ ਕਹਾਵੇ। ਠੀਕ ਹੈ, ਤੁਸੀਂ ਵੇਦਾਂ ਨੂੰ ਪੜ੍ਹਦੇ ਹੋ ਪਰ ਫਿਰ ਵੀ ਮਨ ਮਤ ਕਰਦੇ ਹੋ, ਮਨ ਦੇ ਮਗਰ ਚੱਲਦੇ ਹੋ, ਮਨ ਨੂੰ ਮੁੱਖ ਰੱਖ ਕੇ ਚੱਲਦੇ ਹੋ। ਵੇਦਾਂ ਦੇ ਵਿਦਾਂਤ ਨੂੰ, ਗਿਆਨ ਨੂੰ ਮੁੱਖ ਰੱਖ ਕੇ ਥੋੜ੍ਹਾ ਚੱਲਦੇ ਹੋ। ਮਨਮੁਖ ਅਤੇ ਗੁਰਮੁਖ ਦੋ ਸ਼ਬਦ ਹਨ। ਗੁਰਮੁਖ ਦਾ ਅਰਥ ਹੈ ਗੁਰੂ ਨੂੰ ਅੱਗੇ ਰੱਖ ਕੇ ਚੱਲਣਾ। ਜਿਵੇਂ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਰਹਿਤ ਮਰਜ਼ਾਦਾ ਦੱਸੀ ਵੀ ਆਹ ਕੰਮ ਕਰਨਾ, ਆਹ ਨਹੀਂ ਕਰਨਾ। ਅਤੇ ਸਿੱਖ ਜਦੋਂ ਵੀ ਕਿਸੇ ਕੰਮ ਨੂੰ ਕਰਦਾ ਉਸ ਤੋਂ ਪਹਿਲਾਂ ਇਹ ਸੋਚ ਲਵੇ ਕਿ ਕੀ ਗੁਰੂ ਆਗਿਆ ਦਿੰਦਾ, ਨਹੀਂ ਦਿੰਦਾ ਤੇ ਨਹੀਂ ਕਰਨਾ, ਦਿੰਦਾ ਤੇ ਕਰ ਲੈ। ਕਹੋ ਸਤਿਨਾਮ ਸ੍ਰੀ। ਇਹਨੂੰ ਕਹਿੰਦੀ ਹੈ ਗੁਰਮੁਖਤਾ। ਗੁਰੂ ਨੂੰ ਮੁੱਖ ਰੱਖ ਕੇ ਚੱਲਦਾ। ਸਿੱਖ ਹਰ ਕਦਮ ਚੱਕਦਾ ਹੋਇਆ ਧਰ ਧਰ ਚਰਨ ਧਰੇ ਵਿਚਾਰੀ। ਹਰ ਪੈਰ ਅੱਗੇ ਧਰਦਾ ਹੋਇਆ ਵਿਚਾਰ ਕੇ ਰੱਖੇ। ਧਰ ਧਰ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ। ਦੁਬਿਧਾ ਛੱਡ ਕੇ ਉਸ ਨਿਰੰਕਾਰ ਦੇ ਵਿੱਚ ਮਿਲਣ ਲਈ ਹਰ ਕਦਮ ਸੋਚ ਕੇ ਚੱਕਣਾ ਪੈਣਾ। ਔਰ ਹਰ ਕਦਮ ਨੂੰ ਚੱਕਣ ਤੋਂ ਪਹਿਲਾਂ ਇਹ ਸੋਚਣਾ ਪੈਣਾ ਕਿ ਕੀ ਕਹਿੰਦਾ ਗੁਰੂ ਸਾਡਾ, ਕਿਉਂਕਿ ਗੁਰੂ ਇਹ ਵਾਅਦਾ ਕਰਦਾ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਸੋ ਸਹਿਬ ਮੈਂ ਤਿਸਕਾ ਚੇਰਾ। ਜਿਹੜਾ ਮੇਰੀ ਗੱਲ ਮੰਨ ਕੇ ਮੇਰੇ ਮੁਤਾਬਕ ਚੱਲੇਗਾ ਉਹ ਮੇਰਾ ਸਿੱਖ ਹੈ। ਮੈਂ ਉਹਨੂੰ ਆਪਣਾ ਮਾਲਕ ਮੰਨਣ ਨੂੰ ਤਿਆਰ ਹਾਂ, ਭਾਵ ਮੈਂ ਉਹਦੇ ਸਾਰੇ ਕੰਮ ਕਰਾਂਗਾ। ਕਹੋ ਸਤਿਨਾਮ ਸ੍ਰੀ। ਉਸ ਤਰ੍ਹਾਂ ਦਾ ਨਹੀਂ ਆਪਾਂ ਕਹਿ ਸਕਦੇ ਵੀ ਗੁਰੂ ਸਾਡਾ ਨੌਕਰ ਲੱਗ ਜੂਗਾ। ਮਤਲਬ ਦੇਖੋ, ਗੁਰੂ ਸਾਹਿਬ ਕਹਿੰਦੇ ਮੈਂ ਉਹਦਾ ਚੇਲਾ ਬਣਨ ਨੂੰ ਤਿਆਰ ਹਾਂ, ਉਹਦੇ ਸਾਰੇ ਕੰਮ ਕਰੂੰਗਾ, ਪਰ ਸ਼ਰਤ ਹੈ ਕਿ ਉਹ ਮੇਰੇ ਮੁਤਾਬਕ ਚੱਲੇ। ਕਹੋ ਸਤਿਨਾਮ ਸ੍ਰੀ। ਸੋ ਸਾਹਿਬ ਮੈਂ ਤਿਸਕਾ ਚੇਰਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਰਹਿਤ ਬਿਨਾ ਨਾ ਸਿੱਝੈ ਕੋਈ, ਤਾਂ ਤੇ ਰਹਿਤ ਸੋ ਦ੍ਰਿੜ ਕਰ ਹੋਈ। ਤਾਂ ਤੇ ਰਹਿਤ ਨੂੰ ਪੱਕੇ ਤੌਰ 'ਤੇ ਰੱਖਣਾ ਚਾਹੀਏ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖਾ, ਹੇ ਵਿਦਵਾਨੋ, ਪੰਡਤੋ, ਠੀਕ ਹੈ ਤੁਸੀਂ ਆਪਣੇ ਆਪ ਨੂੰ ਪੰਡਿਤ ਕਹਾਉਣੇ ਹੋ। ਪੰਡਿਤ ਕੋਈ ਜਾਤ ਨਹੀਂ ਹੈ, ਜਿਵੇਂ ਗਿਆਨੀ ਵੀ ਕੋਈ ਜਾਤ ਨਹੀਂ ਹੈ। ਗਿਆਨੀ ਕੋਈ ਵੀ ਹੋ ਸਕਦਾ ਹੈਗਾ। ਅਸੀਂ ਕਿੰਨੇ ਤਰ੍ਹਾਂ ਦੇ ਗ੍ਰੰਥੀ ਹਾਂ। ਸਾਡੀਆਂ ਜਾਤਾਂ ਜਿਹੜੀਆਂ ਅਲੱਗ-ਅਲੱਗ ਹੋ ਸਕਦੀਆਂ, ਪਰ ਅਸੀਂ ਗ੍ਰੰਥੀ ਹਾਂ ਸਾਰੇ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਪੰਡਿਤ ਕੋਈ ਵੀ ਹੋ ਸਕਦਾ ਹੈ। ਪੰਡਿਤ ਕਹਿੰਦੇ ਆ ਜਿਸ ਨੂੰ ਵੇਦਾਂ ਦਾ ਗਿਆਨ ਹੋ ਗਿਆ। ਗ੍ਰੰਥੀ ਕਹਿੰਦੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਇਆ, ਗੁਰਬਾਣੀ ਦਾ ਗਿਆਨ ਰੱਖਦਾ, ਗੁਰਬਾਣੀ ਨੂੰ ਵਿਚਾਰਦਾ, ਪੜ੍ਹਦਾ, ਪਾਠ ਕਰਦਾ, ਸਹਿਜ ਪਾਠਖੰਡ ਪਾਠ ਕਰਦਾ, ਉਹਨੂੰ ਗ੍ਰੰਥੀ ਕਹਿੰਦੇ ਆ। ਤਾਂ ਪੰਡਿਤ ਉਹਨੂੰ ਕਹਿੰਦੇ ਸੀ ਜਿਹੜਾ ਵੇਦਾਂ ਦਾ ਗਿਆਨ ਰੱਖਦਾ ਸੀ। ਇਸ ਕਰਕੇ ਪੰਡਿਤ ਕੋਈ ਜਾਤ ਨਹੀਂ ਹੈ, ਜਿਵੇਂ ਗਿਆਨੀ ਵੀ ਕੋਈ ਜਾਤ ਨਹੀਂ ਹੈ। ਤੋ ਇਸ ਕਰਕੇ ਪਾਤਸ਼ਾਹ ਕਹਿੰਦੇ ਬੰਦਾ ਮਨਮੁਖ ਛੱਡਦਾ ਨਹੀਂ, ਮਨਮਤ ਛੱਡਦਾ ਨਹੀਂ, ਮਨ ਮਰਜ਼ੀ ਛੱਡਦਾ ਨਹੀਂ, ਮਨ ਨੂੰ ਮੁੱਖ ਰੱਖ ਕੇ ਚੱਲਦਾ। ਜੋ ਮਨ ਕਹਿੰਦਾ ਖਾ ਲਿਆ, ਜੋ ਮਨ ਕਰਦਾ ਕਹਿੰਦਾ ਕਰ ਲਿਆ। ਮਨ ਤਾਂ ਬਹੁਤ ਕੁਛ ਕਹਿੰਦਾ ਹੈ, ਪਰ ਹਰੇਕ ਥਾਂ 'ਤੇ ਮਨ ਦੇ ਮਗਰ ਥੋੜ੍ਹਾ ਲੱਗਿਆ ਜਾਂਦਾ। ਕਹੋ ਸਤਿਨਾਮ ਸ੍ਰੀ। ਜਿੱਥੇ ਮਨ ਗੁਰੂ ਦੇ ਐਂਟੀ ਕਹਿੰਦਾ ਉੱਥੇ ਮਨ ਨੂੰ ਟੋਕਣਾ ਪਵੇਗਾ, ਰੋਕਣਾ ਪਵੇਗਾ ਵੀ ਨਹੀਂ, ਇੱਧਰ ਗੁਰੂ ਜਾਣ ਨੂੰ ਕਹਿੰਦਾ ਨਹੀਂ, ਤੂੰ ਰਹਿਣ ਦੇ।
ਇਸ ਕਰਕੇ ਜਿੱਧਰ ਸਾਡਾ ਗੁਰੂ ਕਹਿੰਦਾ ਜਾਣਾ ਉਧਰ ਹੈ। ਮਨ ਤਾਂ ਬਹੁਤ ਕੁਝ ਕਹਿੰਦਾ, ਮਨ ਤਾਂ ਵਿਸ਼ੇ ਵਿਕਾਰ ਭੋਗਣ ਨੂੰ ਕਹਿੰਦਾ, ਮਨ ਤਾਂ ਨਸ਼ੇ ਖਾਣ ਪੀਣ ਨੂੰ ਕਹਿੰਦਾ ਹੈ। ਪਰ ਗੁਰੂ ਕਹਿੰਦਾ ਹੈ ਐਸਾ ਮਦ ਮੂਲ ਨਾ ਪੀਚਈ, ਇਹੋ ਜਿਹਾ ਨਸ਼ਾ ਬਿਲਕੁਲ ਨਾ ਪੀਓ ਜਿਤ ਬਰਲ ਪਵੇ ਵਿੱਚ ਆਏ, ਦਿਮਾਗ ਦੇ ਵਿੱਚੋਂ ਗਿਆਨ ਖਤਮ ਹੋ ਜੇ। ਬਰਲ ਹੁੰਦਾ ਹਨੇਰੀਆਂ ਝੱਖੜ, ਜਦ ਹਨੇਰੀ ਝੱਖੜ ਚੱਲਦਾ ਕੁਝ ਸੁੱਝਦਾ ਨਹੀਂ, ਅਤੇ ਜਦ ਲੋਕ ਸ਼ਰਾਬਾਂ ਆਦਿ ਨਸ਼ੇ ਪੀਂਦੇ ਆ ਦਿਮਾਗ ਦੀ ਸੋਝੀ ਵੀ ਬੰਦ ਹੋ ਜਾਂਦੀ ਹੈ। ਐਸਾ ਮਦ ਮੂਲ ਨਾ ਪੀਚਈ ਜਿਤ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ ਖਸਮ ਹੋ ਧੱਕੇ ਖਾਏ। ਨਾਲੇ ਇੱਥੇ ਪਰਿਵਾਰ ਧੱਕੇ ਮਾਰਦਾ ਨਸ਼ੇ ਖਾਣ ਵਾਲਿਆਂ ਨੂੰ, ਨਾਲੇ ਘਰੋਂ ਧੱਕੇ ਪੈਂਦੇ ਆ। ਕੋ ਸਤਨਾਮ ਸ੍ਰੀ। ਇਸ ਕਰਕੇ ਪਾਤਸ਼ਾਹ ਜੀ ਕਹਿ ਰਹੇ ਹਨ ਉਹਨਾਂ ਵਿਦਵਾਨਾਂ ਨੂੰ, ਪੰਡਤਾਂ ਨੂੰ ਗਿਆਨ ਦਿੰਦੇ ਹੋਏ, ਮਨ ਮੁਖ ਪੜ੍ਹੇ ਪੰਡਤ ਕਹਾਵੇ। ਵੇਦਾਂ ਨੂੰ ਪੜ੍ਹਦਾ ਹੈ, ਦੁਨੀਆ ਦੇ ਵਿੱਚ ਮਸ਼ਹੂਰ ਹੈ ਪੰਡਤ ਕਰਕੇ, ਗਿਆਨੀ ਕਰਕੇ, ਫਲਾਨਾ ਗਿਆਨੀ ਫਲਾਨਾ ਪੰਡਤ। ਪਰ ਦੂਜੈ ਭਾਏ ਦਵੈਤ ਛੱਡਦਾ ਨਹੀਂ, ਈਰਖਾ ਛੱਡਦਾ ਨਹੀਂ ਗਾ, ਦੂਈ ਦਵੈਤ ਛੱਡਦਾ ਨਹੀਂ, ਵਿਸ਼ੇ ਵਿਕਾਰ ਛੱਡਦਾ ਨਹੀਂ, ਪੁੱਠੇ ਪਾਸੇ ਜਾਣਾ ਛੱਡਦਾ ਨਹੀਂ। ਗੁਰੂ ਨਾਨਕ ਪਾਤਸ਼ਾਹ, ਗੁਰੂ ਅਮਰਦਾਸ ਕਹਿੰਦੇ ਮੈਂ ਉਹਨੂੰ ਪੰਡਤ ਨਹੀਂ ਮੰਨਦਾ, ਮੈਂ ਉਹਨੂੰ ਗਿਆਨੀ ਨਹੀਂ ਮੰਨਦਾ। ਕਬੀਰ ਸਾਹਿਬ ਨੂੰ ਪੁੱਛਿਆ, ਕਹਿੰਦੇ ਵਾਕਿਆ ਹੀ ਮੈਂ ਦੇਖ ਰਿਹਾ ਗਲੀ ਜਿਨ੍ਹਾਂ ਜਪ ਮਾਲੀਆਂ, ਕਈ ਕਈ ਮਾਲਾਂ ਗਲ ਵਿੱਚ ਪਾਈਆਂ, ਲੋਟੇ ਹੱਥ ਨੇ, ਹੱਥ ਵਿੱਚ ਗੜਵੇ, ਚਿੱਪੀਆਂ ਚੱਕੀਆਂ ਹੋਈਆਂ, ਭਗਵੇਂ ਚਿੱਟੇ ਕਾਲੇ ਧਰਮਾਂ ਦੇ ਨਿਸ਼ਾਨ ਚੋਲੇ ਪਾਏ ਹੋਏ ਹੈ। ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਭਾਵ ਹੁਣ ਇਹ ਨਹੀਂ ਮਤਲਬ ਕਿ ਸਾਰੇ ਸੰਤਾਂ ਨੂੰ ਇੱਦਾਂ ਕਹਿ ਦਿੱਤਾ, ਪਰ ਉਹਨਾਂ ਵਿੱਚੋਂ ਕੁਝ ਬਾਣਾ ਪਾ ਕੇ ਬਾਣੇ ਦੇ ਮੁਤਾਬਕ ਨਹੀਂ ਸੀ ਚੱਲਦੇ। ਅੱਜ ਵੀ ਬਹੁਤ ਸਾਰੇ ਸਾਧ ਜੇਲ੍ਹਾਂ 'ਚ ਬੈਠੇ ਆ ਇਸੇ ਕਰਕੇ। ਬਾਹਰੋਂ ਸੰਤ ਕਹਾਉਂਦੇ ਸੀ ਪਰ ਅੰਦਰੋਂ ਵਿਸ਼ੇ ਵਿਕਾਰੀ ਸੀ, ਗਲਤ ਚੱਲਦੇ ਸੀ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਨੂੰ ਸੰਤ ਨਹੀਂ ਕਹਿੰਦਾ, ਜਿਨ੍ਹਾਂ ਨੇ ਸੰਸਾਰ ਦਾ ਸ਼ੋਸ਼ਣ ਕੀਤਾ, ਸੰਸਾਰ ਦੀ ਲੁੱਟਮਾਰ ਕੀਤੀ, ਸੰਸਾਰ ਨੂੰ ਠੱਗਣਾ ਕੀਤਾ, ਗ੍ਰਸਤੀਆਂ ਦਾ ਮਿਹਨਤ ਦਾ ਪੈਸਾ ਜਿਨ੍ਹਾਂ ਨੇ ਛਲ ਫਰੇਬ ਨਾਲ ਠੱਗਿਆ, ਇਹ ਬਹਾਨਾ ਲਾ ਕੇ ਵੀ ਅਸੀਂ ਤੁਹਾਨੂੰ ਮੁਕਤ ਕਰਾਂਗੇ। ਤੇ ਭਗਤ ਜੀ ਕਹਿੰਦੇ ਵੀ ਐਸੀ ਮੁਕਤੀ ਦੀ ਸਾਨੂੰ ਲੋੜ ਨਹੀਂ ਹੈ। ਕਹੋ ਸਤਨਾਮ ਸਿੰਘ। ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹ ਧੰਗਾਣਾ, ਇਹ ਧੱਕਾ ਨਹੀਂ ਹੈਗਾ। ਸੁਰਗ ਤਾਂ ਤੁਸੀਂ ਲੈ ਲਿਆ, ਸਾਨੂੰ ਨਰਕ ਦਿੰਦੇ ਹੋ। ਭਾਵ ਸਾਡਾ ਜਿਹੜਾ ਦਸਾਂ ਨਾਹਾਂ ਦੀ ਕਿਰਤ ਹੈ, ਇਹਨਾਂ ਬ੍ਰਾਹਮਣਾਂ ਨੇ, ਇਹਨਾਂ ਲੋਕਾਂ ਨੇ, ਇਹਨਾਂ ਠੱਗਾਂ ਨੇ ਛਲ ਫਰੇਬ ਕਰਕੇ ਸਾਥੋਂ ਲੁੱਟ ਲਈ। ਆਪ ਤਾਂ ਐਸ਼ ਕਰਦੇ ਆ ਸਾਡੀ ਮਾਇਆ ਨਾਲ, ਤੇ ਅਸੀਂ ਗਰੀਬ ਹੋ ਗਏ, ਅਸੀਂ ਦੁੱਖ ਭੋਗਦੇ ਹਾਂ। ਤਾਂ ਕੀ ਦਿੱਤਾ ਸਾਨੂੰ ਇਹਨਾਂ ਧਰਮ ਦੇ ਮੁਖੀਆਂ ਨੇ? ਨਰਕ। ਤੇ ਸੁਰਗ ਤਾਂ ਆਪ ਭੋਗਦੇ ਆ। ਸਾਨੂੰ ਕਹਿੰਦੇ ਤੁਹਾਨੂੰ ਸਵਰਗ ਦੇਵਾਂਗੇ, ਤੁਸੀਂ ਦਾਨ ਪੁੰਨ ਕਰੋ। ਅਸੀਂ ਦਸਾਂ ਨੌਹਾਂ ਦੀ ਕਿਰਤ ਕੀਤੀ ਤੇ ਉਹ ਇਹਨਾਂ ਦੇ ਕਹੇ ਮੁਤਾਬਕ ਦਾਨ ਪੁੰਨ ਕਰਤਾ। ਜਿਹੜਾ ਪੈਸਾ ਸੀ ਉਹ ਤਾਂ ਉੱਥੇ ਚਲਿਆ ਗਿਆ ਜਿੱਥੋਂ ਅਸੀਂ ਰਾਸ਼ਨ ਪਾਣੀ ਖਰੀਦਿਆ ਬਾਣੀਏ ਕੋਲੋਂ, ਤੇ ਜਿਹੜਾ ਰਾਸ਼ਨ ਪਾਣੀ ਖਰੀਦਿਆ ਉਹ ਬ੍ਰਾਹਮਣ ਨੂੰ ਦਾਨ ਕਰ ਜਾਂਦਾ, ਤੇ ਸਾਡੇ ਕੋਲ ਕੀ ਬਚਿਆ? ਕੋਈ ਸਤਨਾਮ ਸੀ। ਦੇਂਦਾ ਨਰਕ ਸੁਰਗ ਲੈਂਦੇ, ਦੇਖੋ ਇਹ ਧੰਗਾਣਾ ਪਾਂਡੇ ਤੂੰ ਜਾਣੇ ਹੀ ਨਹੀਂ। ਇਸ ਕਰਕੇ ਬ੍ਰਾਹਮਣਾ ਤੈਨੂੰ ਕੀ ਪਤਾ ਹੈ? ਨਰਕ ਸੁਰਗ ਹਮ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਸਾਨੂੰ ਸਾਡੇ ਗੁਰੂ ਤੇ ਭਰੋਸਾ ਹੈ, ਤੇਰੇ ਸਵਰਗਾਂ ਦੀ ਲੋੜ ਨਹੀਂ। ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਮਸ਼ਹੂਰ ਸਾਧ ਆ ਗਿਆ, ਬੜਾ ਮਸ਼ਹੂਰ ਸੀ, ਪਿੰਡ ਵਿੱਚ ਆ ਗਿਆ। ਔਰ ਪਿੰਡ ਵਿੱਚ ਕਿਤੇ ਡੇਰਾ ਕੀਤਾ ਉਹਨੇ ਫਿਰਨੀ ਤੇ ਕਿਤੇ ਥਾਂ ਤੇ ਅਨਾਉਂਸਮੈਂਟ ਕਰਵਾ ਦਿੱਤੀ ਬਈ ਜਿਹੜਾ ਮੇਰੇ ਦਰਸ਼ਨ ਕਰ ਲਊਗਾ ਉਹਨੂੰ 2 ਸਾਲਾਂ ਦਾ ਸਵਰਗ ਦਿੱਤਾ ਜਾਵੇਗਾ। ਬਸ ਲੋਕ ਲਾਲਚੀ ਹੈ, ਫਰੀ ਦੇ ਵਿੱਚ ਸਵਰਗ ਮਿਲਦਾ ਭੱਜੇ ਜਾਂਦੇ ਆ।
ਨਗਰ ਨਿਵਾਸੀ ਭੱਜਣ ਲੱਗੇ ਉਧਰ ਨੂੰ ਦਰਸ਼ਨਾਂ ਵਾਸਤੇ। ਕਹਿੰਦੇ ਉਹ ਦਰਸ਼ਨ ਕਰੋ। ਕਹਿੰਦੇ ਬਾਬਾ ਕਹਿੰਦਾ ਮੈਂ ਉਹਨੂੰ 2 ਸਾਲ ਦਾ ਸਵਰਗ ਦੇਵਾਂਗਾ। ਕਹਿੰਦੇ ਸਾਰੇ ਨਗਰ ਨਿਵਾਸੀ ਜਿਹੜੇ ਸਨ ਉਹ ਜਾਂਦੇ ਆ, ਦਰਸ਼ਨ ਕਰਦੇ ਆ, ਬਾਬਾ ਜੀ ਕਰਦੇ ਆ, ਦਾਨ ਪੁੰਨ ਵੀ ਕਰਦੇ ਆ, ਮੱਥੇ ਵੀ ਟੇਕਦੇ ਆ। ਸਵਰਗ ਤਾਂ ਉਹ ਇਕੱਠਾ ਕਰੀ ਜਾਂਦਾ, ਸਾਨੂੰ ਕੀ ਦੇਣਾ। ਕਹੋ ਸਤਿਨਾਮ। ਸਵਰਗ ਤਾਂ ਸੁੱਖ ਹੀ ਹੈ ਨਾ, ਸੁੱਖ ਤਾਂ ਸਾਡੀ ਕਿਰਤ ਉਹ ਲੈ ਗਿਆ ਇਕੱਠੀ ਕਰਕੇ। ਸਾਰਾ ਪਿੰਡ ਆ ਗਿਆ। ਹੁਣ ਉਸ ਨੇ ਪੁੱਛਿਆ ਬਈ ਕੋਈ ਨਗਰ ਦੇ ਵਿੱਚ ਰਹਿ ਤਾਂ ਨਹੀਂ ਗਿਆ ਦਰਸ਼ਨਾਂ ਤੋਂ ਬਿਨਾਂ? ਮੇਰੇ ਦਰਸ਼ਨ ਕਰ ਲਓ, ਮੈਂ ਉਹਨੂੰ 2 ਸਾਲ ਦਾ ਸਵਰਗ ਦੇਵਾਂਗਾ। ਕੋਈ ਬੰਦਾ ਕਹਿੰਦਾ ਜੀ ਬਾਕੀ ਤਾਂ ਸਾਰੇ ਆ ਗਏ, ਇੱਥੇ ਇੱਕ ਸਿੱਖ ਹੈ ਉਹ ਨਹੀਂ ਆਇਆ। ਕਹਿੰਦੇ ਉਹਨੂੰ ਵੀ ਕਹੋ ਜਾ ਕੇ ਬਈ ਤੂੰ ਕਿਉਂ ਨਹੀਂ ਆਉਂਦਾ ਭਾਈ? ਉਹਦਾ ਮਕਸਦ ਸਾਰਾ ਪਿੰਡ ਮੇਰੇ ਮਗਰ ਲੱਗ ਜਾਵੇ, ਕੋਈ ਇਹਨਾਂ ਨੂੰ ਰੋਕਣ ਟੋਕਣ ਵਾਲਾ ਨਾ ਹੋਵੇ, ਕੋਈ ਇਹਨਾਂ ਨੂੰ ਅਲਰਟ ਕਰਨ ਵਾਲਾ ਰਹਿ ਨਾ ਜਾਵੇ ਪਿੰਡ ਵਿੱਚ। ਕਹਿੰਦੇ ਉਹਦੇ ਚੇਲੇ ਗਏ ਉਹਦੇ ਕੋਲੇ, ਭਾਈ ਤੂੰ ਵੀ ਚੱਲ, ਤੂੰ ਵੀ ਦਰਸ਼ਨ ਕਰ ਲੈ, ਤੂੰ ਵੀ ਸਵਰਗ ਲੈ ਲੈ। ਉਹ ਕਹਿੰਦਾ ਮੈਨੂੰ ਸਵਰਗ ਦੀ ਲੋੜ ਨਹੀਂ ਇਹੋ ਜਿਹੇ ਦੀ। ਆ ਕੇ ਕਹਿੰਦੇ ਜੀ ਉਹ ਕਹਿੰਦਾ ਮੈਨੂੰ ਲੋੜ ਨਹੀਂ। ਕਹਿੰਦੇ ਚੱਲ ਉਹਨੂੰ ਕਹਿ ਦਿਓ ਤੈਨੂੰ 4 ਸਾਲ ਦਾ ਸਵਰਗ ਦੇਵਾਂਗੇ। ਕਹੋ ਸਤਿਨਾਮ, ਤੂੰ ਜ਼ਰੂਰ ਆ। ਉਹਨੂੰ ਫੇਰ ਜਾ ਕੇ ਕਿਹਾ, ਕਹਿੰਦੇ ਤੈਨੂੰ ਬਾਬਾ ਕਹਿੰਦਾ ਵੀ ਆਫਰ ਲੋਕਾਂ ਨੂੰ 2 ਸਾਲ ਦਾ, ਤੈਨੂੰ 4 ਸਾਲ ਦਾ ਸਵਰਗ ਦੇਣ ਨੂੰ ਕਹਿੰਦਾ। ਕਹਿੰਦਾ ਮੈਂ ਤਾਂ ਨਹੀਂ ਜਾਂਦਾ। ਕਹਿੰਦਾ ਜਦ ਉਹਨੂੰ ਕਹੋ ਤੈਨੂੰ ਮੈਂ 10 ਸਾਲ ਦਾ ਜ਼ਿੰਦਗੀ ਭਰ ਦਾ ਸਵਰਗ ਦੇ ਦੂੰ, ਪਰ ਤੂੰ ਆ ਜਾ ਜ਼ਰੂਰ। ਉਹ ਕਹਿੰਦਾ ਸਾਨੂੰ ਗੁਰੂ ਨੇ ਜਿਉਂਦੇ ਮੁਕਤ ਕੀਤਾ ਹੋਇਆ, ਜਿਉਂਦਿਆਂ ਸੁਰਤਾ ਅਸੀਂ ਗਾਹਾਂ ਦੇ ਸਵਰਗਾਂ ਦੀ ਲੋੜ ਨਹੀਂ ਰੱਖਦੇ। ਉਹਨੇ ਪੁੱਛਿਆ ਪਿੰਡ ਵੱਲ ਨੂੰ ਵੀ ਹੈ ਕੌਣ, ਕਿਹਦਾ ਚੇਲਾ ਹੈ ਇਹ, ਕਿਹਦੇ ਕੋਲੇ ਜਾਂਦਾ, ਇੰਨਾ ਜਿਹੜਾ ਹੈ ਭਰੋਸਾ ਇਸ ਦਾ। ਕਹਿੰਦੇ ਬਾਬੇ ਨਾਨਕ ਦਾ ਚੇਲਾ। ਕਹੋ ਸਤਿਨਾਮ ਸੀ। ਉਹ ਬਾਬੇ ਨਾਨਕ ਤੋਂ ਕਿਸੇ ਨੂੰ ਮੰਨਦਾ ਹੀ ਨਹੀਂ, ਬਗੈਰ ਮੱਥਾ ਨਹੀਂ ਟੇਕਦਾ ਕਿਸੇ ਨੂੰ। ਕਹਿੰਦੇ ਉਹ ਸਾਧ ਚੱਲ ਕੇ ਉਹਦੇ ਕੋਲੇ ਗਿਆ। ਫਿਰ ਕਹਿੰਦੇ ਭਾਈ ਤੂੰ ਪੱਕਾ ਹੈ, ਮੈਂ ਕੱਚਾ ਹਾਂ, ਵਾਕਿਆ ਹੀ ਧੰਨਵਾਦ ਤੇਰਾ, ਤੂੰ ਮੈਨੂੰ ਗਿਆਨ ਕਰਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਨ ਮੁਖ ਪੜ੍ਹੇ ਪੰਡਤ ਕਹਾਵੇ। ਵਿਦਵਾਨ ਕਹਿੰਦੇ ਸੀਗੇ ਆ ਕੇ ਪੰਡਤ ਤੀਜੇ ਪਾਤਸ਼ਾਹ ਜੀ ਨੂੰ ਕਿ ਅਸੀਂ ਗਿਆਨੀ ਹਾਂ, ਵੇਦਾਂਤੀ ਹਾਂ, ਪੰਡਤ ਹਾਂ, ਵੇਦਾਂ ਨੂੰ ਪੜ੍ਹਨ ਵਾਲੇ। ਅਸੀਂ ਮੁਕਤ ਹੋਵਾਂਗੇ, ਤੁਸੀਂ ਇਕੱਲੇ ਨਾਮ ਦੀ ਮਹਿਮਾ ਕਰੀ ਜਾਂਦੇ ਹੋ, ਨਾਮ ਜਪੋ ਨਾਮ ਜਪੋ। ਇਹ ਨਾਮ ਜਪਣ ਨਾਲ ਕਿਵੇਂ ਲੋਕਾਂ ਦੀ ਮੁਕਤੀ ਹੋਵੇਗੀ, ਸਾਨੂੰ ਦੱਸਣਾ ਕਰੋ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਠੀਕ ਹੈ, ਵੇਦ ਮਾੜੇ ਨਹੀਂ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਾਹਮਣੇ ਇਹ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ। ਇਹ ਮੁਸਲਮਾਨਾਂ ਨੂੰ ਕਿਹਾ ਗਿਆ ਸੀ। ਉਹ ਕਹਿੰਦੇ ਸੀ ਹਿੰਦੂ ਕਾਫਰ ਹੈ, ਹਿੰਦੂਆਂ ਦੇ ਗ੍ਰੰਥ ਕੰਮ ਦੇ ਨਹੀਂ, ਔਰ ਇਹ ਉਹਨਾਂ ਨੂੰ ਮਲੇਸ਼ ਕਹਿੰਦੇ ਸੀ। ਤੇ ਗੁਰੂ ਜਿਹੜਾ ਦੋਨਾਂ ਨੂੰ ਸਮਝਾਉਣ ਵਾਸਤੇ ਆਇਆ। ਕਹੋ ਸਤਿਨਾਮ ਸ੍ਰੀ। ਜੇ ਤੁਸੀਂ ਸਾਰਿਆਂ ਵਿੱਚ ਖੁਦਾ ਨੂੰ ਮੰਨਦੇ ਹੋ ਤੇ ਫਿਰ ਮੁਰਗੀਆਂ ਵਿੱਚ ਵੀ ਤਾਂ ਖੁਦਾ ਹੈਗਾ ਨਾ, ਜਿਹਨੂੰ ਮਾਰ-ਮਾਰ ਖਾਂਦੇ ਹੋ। ਇਸ ਕਰਕੇ ਪਾਤਸ਼ਾਹ ਜੀ ਇੱਥੇ ਉਹਨਾਂ ਪੰਡਤਾਂ ਨੂੰ ਵੀ ਕਹਿੰਦੇ ਆ ਵੇਦ ਮਾੜੇ ਨਹੀਂ, ਪਰ ਇਹਨਾਂ ਨੂੰ ਪੜ੍ਹਨ ਵਾਲੇ ਇਹਨਾਂ ਦੇ ਮੁਤਾਬਕ ਚੱਲਦੇ ਕਿਉਂ ਨਹੀਂ। ਮਨਮੁਖ ਪੜ੍ਹੇ ਪੰਡਤ ਕਹਾਵੇ, ਦੂਜੈ ਭਾਏ ਮਹਾਂ ਦੁੱਖ ਪਾਵੇ। ਕੀ ਤੁਹਾਡੇ ਵੇਦ ਦਵੈਤ ਕਰਨ ਵਾਸਤੇ ਕਹਿੰਦੇ ਆ, ਈਰਖਾ ਕਰਨ ਵਾਸਤੇ ਕਹਿੰਦੇ ਆ, ਕਾਮ ਕ੍ਰੋਧ ਵਾਸਤੇ ਕਹਿੰਦੇ ਆ? ਨਹੀਂ ਕਹਿੰਦੇ ਤੇ ਫਿਰ ਛੱਡੋ ਇਹ। ਪਰ ਜਿਹੜਾ ਇਹ ਕੰਮ ਨਹੀਂ ਛੱਡਦਾ ਉਹ ਦੁਖੀ ਹੋਵੇਗਾ, ਭਾਵੇਂ ਇੱਕ ਛੱਡ ਚਾਰੇ ਵੇਦਾਂ ਦਾ ਗਿਆਨੀ ਬਣ ਜਾਵੇ। ਜਿਵੇਂ ਰਾਵਣ ਦੀ ਗੱਲ ਕਰੀਏ, ਜਿਸ ਦੇ ਕੋਲ ਗੁਰੂ ਪਿਆਰਿਓ 4 ਵੇਦਾਂ ਦਾ ਗਿਆਨ ਸੀਗਾ, ਤੇ ਸਤਿਗੁਰਾਂ ਨੇ ਸ਼ਾਇਦ ਰਾਵਣ ਵਰਗੇ ਮਨੁੱਖਾਂ ਬਾਰੇ ਲਿਖ ਦਿੱਤਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਬੜਾ ਸੁੰਦਰ ਹੋਵੇ, ਕੁਲੀਨ ਉੱਚੀ ਕੁੱਲ ਦਾ ਹੋਵੇ। ਰਾਵਣ ਬ੍ਰਾਹਮਣ ਸੀਗਾ, ਉੱਚੀ ਕੁੱਲ ਦਾ। ਉਹਨਾਂ ਦੇ ਮੁਤਾਬਕ, ਵੈਸੇ ਤਾਂ ਗੁਰਮਤਿ ਮੁਤਾਬਕ ਰਵਿਦਾਸ ਸਭ ਤੋਂ ਉੱਚਾ ਹੈ, ਚਮਿਆਰਾਂ ਦੇ ਘਰੇ ਪੈਦਾ ਹੋ ਕੇ ਜਿਹੜਾ ਪਰਮੇਸ਼ਰ ਨੂੰ ਪਾ ਗਿਆ। ਕਹੋ ਸਤਿਨਾਮ ਸੀ। ਉਹਦੀ ਕੁੱਲ ਉੱਚੀ ਹੈ। ਤਾਂ ਗੁਰੂ ਪਿਆਰਿਓ, ਅਤ ਸੁੰਦਰ ਕੁਲੀਨ ਚਤਰ, ਤੇ ਕਿੰਨਾ ਚਲਾਕ ਸੀ ਇਹ ਬ੍ਰਾਹਮਣ ਰਾਵਣ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਇਸੇ ਰਾਵਣ ਨੇ ਤਾਂ ਇਸ ਲੰਕਾ ਦਾ ਉਦਘਾਟਨ ਕੀਤਾ ਸੀ, ਮਹੂਰਤ ਕੀਤਾ ਸੀਗਾ। ਤੇ ਜਿਸ ਨੇ ਲੰਕਾ ਬਣਾਈ ਸੀ, ਮਿਥਿਹਾਸ ਮੁਤਾਬਕ ਲਿਖਿਆ ਕਿ ਸ਼ਿਵ ਜੀ ਨੇ ਲੰਕਾ ਬਣਵਾਈ ਸੀ, ਪਾਰਵਤੀ ਦੇ ਕਹਿਣ 'ਤੇ ਘਰ ਬਣਾਇਆ ਸੀ ਰਹਿਣ ਵਾਸਤੇ। ਤੇ ਇਸ ਨੂੰ ਸੱਦ ਲਿਆ ਪੰਡਤ ਕਰਕੇ ਵੀ ਤੂੰ ਮਹੂਰਤ ਕਰ ਜੇ ਭਾਈ।
ਤੇ ਮੂਰਤ ਕਰਨ ਤੋਂ ਬਾਅਦ ਤੇ ਉਹ ਸ਼ਿਵ ਜੀ ਦਰਿਆ ਦਿਲ ਕਹਿੰਦਾ ਬੋਲ ਪੰਡਤਾ ਕੀ ਦੇਵਾਂ। ਕਹਿੰਦਾ ਨਹੀਂ ਮਹਾਰਾਜ ਠੀਕ ਹੈ। ਕਹਿੰਦੇ ਨਹੀਂ ਕੁਛ ਤਾਂ ਮੰਗ, ਮੈਂ ਦੇਣ ਨੂੰ ਤਿਆਰ ਹਾਂ। ਕਹਿੰਦੇ ਨਹੀਂ ਨਹੀਂ ਠੀਕ ਹੈ। ਉਹ ਕੁਛ ਤਾਂ ਮੰਗ ਲਾ। ਕਹਿੰਦੇ ਜੇ ਦੇਣਾ ਹੀ ਹੈ ਤਾਂ ਪਹਿਲਾਂ ਚੂਲੀ ਪਾਣੀ ਦੀ ਭਰ ਕੇ ਸਹੁੰ ਪਾਓ ਕਿ ਜੋ ਮੰਗੇਗਾ ਉਹੀ ਦੇਊਂਗਾ। ਇਸ ਤਰ੍ਹਾਂ ਫਸਾਉਂਦੇ ਸੀ ਲੋਕਾਂ ਨੂੰ। ਉਹਨੇ ਪਾਣੀ ਚੂਲੀ ਭਰ ਕੇ ਕਸਮ ਪਾ ਲਈ ਵੀ ਜੋ ਮੰਗੇਗਾ ਉਹੀ ਦੇਊਂਗਾ। ਕਸਮ ਪਾਉਣ ਤੋਂ ਬਾਅਦ ਕਹਿੰਦਾ ਐਂ ਕਰ ਫਿਰ ਇਹ ਲੰਕਾ ਮੈਨੂੰ ਦੇ ਦੇ, ਤੂੰ ਕੋਈ ਹੋਰ ਬਣਾ ਲੇਗਾ। ਕਹੋ ਸਤਨਾਮ ਸੀ। ਉਹ ਬਣੀ ਬਣਾਈ ਲੰਕਾ ਰਾਵਣ ਨੇ ਧੋਖੇ ਨਾਲ ਲਈ ਸੀ। ਠੱਗੀ ਆਵੇ ਤੇ ਠੱਗੀ ਉੱਠ ਜਾਏ। ਕਹੋ ਸਤਨਾਮ ਸੀ। ਠੱਗੀ ਨਾਲ ਲਈ ਸੀ ਉਹ ਲੰਕਾ, ਬਣਾਈ ਕਿਸੇ ਹੋਰ ਨੇ। ਇਸ ਨੇ ਦਾਨ ਦੇ ਵਿੱਚ ਹੀ ਮੰਗ ਲਈ ਸੀ। ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਮਨਮੁਖ ਪੜ੍ਹੇ ਪੰਡਤ ਕਹਾਵੇ, ਦੂਜੈ ਭਾਏ ਮਹਾਂ ਦੁੱਖ ਪਾਵੇ। ਜਿਹੜੇ ਦਵੈਤ ਭਾਵ ਨਾਲ ਚੱਲਦੇ ਆ ਉਹ ਕਦੇ ਵੀ ਸੁਖੀ ਨਹੀਂ ਬਚ ਸਕਦੇ। ਤੇ ਇਹਨਾਂ ਨੂੰ ਮਾਰਨ ਵਾਲਾ ਹੁਣ ਇਸ ਰਾਵਣ ਨੂੰ ਪੰਡਤ ਹੋ ਕੇ ਤੇ ਹਿੰਦੁਸਤਾਨ ਦੇ ਹਿੰਦੂਆਂ ਨੇ ਜਾਂ ਰਾਮਚੰਦਰ ਨੇ ਕਿਉਂ ਮਾਰਿਆ? ਕਿਉਂਕਿ ਦੂਜੇ ਪੰਡਤਾਂ ਦੇ ਐਂਟੀ ਚੱਲਦਾ ਸੀ। ਗਿਆਨੀ ਵੱਡਾ ਹੋ ਗਿਆ ਸੀ। ਗਿਆਨੀ ਨੂੰ ਗਿਆਨੀ ਨਾਲ ਕਈ ਵਾਰੀ ਈਰਖਾ ਹੋ ਹੀ ਜਾਂਦੀ ਆ ਵੀ ਇਹਦੀ ਯਾਰ ਬਾਹਲੀ ਪੈਂਟ ਪਈ ਹੋਈ ਹੈ, ਮੈਨੂੰ ਕੋਈ ਪੁੱਛਦਾ ਹੀ ਨਹੀਂ। ਕਹੋ ਸਤਨਾਮ। ਇਸ ਕਰਕੇ ਹਿੰਦੁਸਤਾਨ ਦੇ ਪੰਡਤਾਂ ਨੇ ਬ੍ਰਾਹਮਣਾਂ ਨੇ ਰਲ ਕੇ ਹੀ ਰਾਮਚੰਦਰ ਦੇ ਕੋਲੋਂ ਇਹਨੂੰ ਖਤਮ ਕਰਵਾ ਦਿੱਤਾ। ਕਹੋ ਸਤਨਾਮ ਸੀ। ਵਿਗਿਆਨੀ ਬਹੁਤ ਵੱਡਾ ਸੀਗਾ, ਇਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਾਬੂ 'ਚ ਕਰ ਲਿਆ ਸੀ। ਐਡਾ ਵੱਡਾ ਵਿਦਾਂਤੀ ਸੀ ਇਹ। ਇਹਨੂੰ ਮਾਰਨ ਦਾ ਕਾਰਨ ਵੀ ਇਹਦਾ ਗਿਆਨ ਹੀ ਬਣਿਆ। ਦੂਜਿਆਂ ਨੇ ਈਰਖਾ ਕਰਕੇ ਇਹਨੂੰ ਮਰਵਾ ਦਿੱਤਾ। ਦੂਜੇ ਭਾਏ ਮਹਾਂ ਦੁੱਖ ਪਾਵੇ। ਇਸ ਕਰਕੇ ਜਿਹੜਾ ਵੇਦਾਂ ਨੂੰ ਪੜ੍ਹ ਕੇ ਵੀ ਈਰਖਾ ਨਹੀਂ ਛੱਡਦਾ ਉਹ ਕਦੇ ਸੁਖੀ ਨਹੀਂ ਹੋ ਸਕਦਾ। ਵਿਖਿਆ ਮਾਤੇ ਕਿਛੂ ਨ ਸੂਝੈ। ਵਿਖਿਆ ਕਹਿੰਦੀ ਹੈ ਮਾਇਆ ਨੂੰ। ਜਿਨ੍ਹਾਂ ਦੇ ਦਿਮਾਗ ਵਿੱਚ ਮਾਇਆ ਹੀ ਮਾਇਆ ਹੁੰਦੀ ਹੈ, ਮਾਇਆ ਵਿੱਚ ਮਸਤ, ਵਿਸ਼ੇ ਵਿਕਾਰਾਂ ਵਿੱਚ ਮਸਤ, ਉਹਨਾਂ ਨੂੰ ਹੋਰ ਕੋਈ ਸੁੱਝਦਾ ਨਹੀਂ। ਦਿਮਾਗ ਬੰਦ ਹੋ ਜਾਂਦਾ ਉਹਨਾਂ ਦਾ। ਇਸ ਕਰਕੇ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਆ ਫਿਰ ਉਸ ਮਾਇਆ ਦੇ ਹੀ ਖਿਆਲ ਵਿੱਚ ਮਰਦੇ ਆ। ਅੰਤਕਾਲ ਜੇ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਉਤਰੇ। ਵਿਖਿਆ ਮਾਤੇ ਕਿਛੂ ਨ ਸੂਝੈ। ਫਿਰ ਜੂਨੀ ਆਵਣਿਆ। ਤੇ ਉਹ ਜੰਮਣ ਮਰਨ ਦੇ ਚੱਕਰਾਂ ਵਿੱਚ ਪਏ ਰਹਿੰਦੇ ਨੇ। ਹਉ ਵਾਰੀ ਜੀਓ ਵਾਰੀ, ਹਉ ਮੈਂ ਮਾਰ ਮਿਲਾਵਣਿਆ। ਜਿਹੜਾ ਅਸੀਂ ਨਾਮ ਜਪਣ ਦਾ ਉਪਦੇਸ਼ ਦਿੰਦੇ ਹਾਂ ਸੰਗਤਾਂ ਨੂੰ, ਇਹ ਨਾਮ ਦੇ ਨਾਲ ਮਨੁੱਖ ਦੇ ਅੰਦਰੋਂ ਹੰਕਾਰ ਖਤਮ ਹੁੰਦਾ ਹੈ, ਵਿਕਾਰ ਖਤਮ ਹੁੰਦੇ ਆ, ਈਰਖਾ ਖਤਮ ਹੁੰਦੀ ਹੈ, ਦੁਈ ਦਵੈਸ਼ ਖਤਮ ਹੁੰਦੀ ਹੈ, ਪ੍ਰੇਮ ਪੈਦਾ ਹੁੰਦਾ ਹੈ। ਜਿਸ ਪ੍ਰੇਮ ਦੇ ਸਦਕਾ ਜੀਵਾਂ ਦੀ ਮੁਕਤੀ ਹੁੰਦੀ ਆ। ਇਸੇ ਕਰਕੇ ਤੁਹਾਡੀ ਮੁਕਤੀ ਨਹੀਂ ਹੁੰਦੀ। ਤੁਸੀਂ ਵੇਦਾਂ ਨੂੰ ਤਾਂ ਪੜ੍ਹਦੇ ਹੋ ਪਰ ਨਾਲ ਵੇਦਾਂ ਦਾ ਹੰਕਾਰ ਵੀ ਕਰ ਲਿਆ ਕਿ ਮੇਰੇ ਵਰਗਾ ਗਿਆਨੀ ਕਿਹੜਾ, ਮੇਰੇ ਵਰਗਾ ਪੰਡਤ ਕਿਹੜਾ। ਕਹੋ ਸਤਨਾਮ ਸੀ। ਇਸੇ ਕਰਕੇ ਅਸੀਂ ਨਾਮ ਦਾ ਪ੍ਰਚਾਰ ਕਰਦੇ ਹਾਂ, ਕਿਉਂਕਿ ਨਾਮ ਅਸੀਂ ਉਹਦਾ ਲਵਾਂਗੇ ਜਿਹਦੇ ਨਾਲ ਪ੍ਰੇਮ ਹੋਊਗਾ। ਜੇ ਵਾਹਿਗੁਰੂ ਮੰਤਰ ਦਾ ਜਾਪ ਕਰਾਂਗੇ ਤੇ ਵਾਹਿਗੁਰੂ ਨਾਲ ਪ੍ਰੇਮ ਪਊਗਾ। ਜੇ ਵਾਹਿਗੁਰੂ ਮੰਤਰ ਦਾ ਜਾਪ ਕਰਾਂਗੇ ਤੇ ਵਾਹਿਗੁਰੂ ਮੰਤਰ ਦੇ ਪ੍ਰੇਮ ਕਰਕੇ ਹੰਕਾਰ ਖਤਮ ਹੋਵੇਗਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ, ਭਾਈ ਗੁਰਦਾਸ ਜੀ ਕਹਿੰਦੇ। ਇਸ ਕਰਕੇ ਅਸੀਂ ਨਾਮ ਦਾ ਪ੍ਰਚਾਰ ਕਰਦੇ ਹਾਂ ਕਿ ਪਰਮੇਸ਼ਰ ਦਾ ਨਾਮ ਜਪੋ ਤਾਂ ਤੇ ਬੰਦੇ ਨੂੰ ਹੰਕਾਰ ਨਾ ਹੋਵੇ ਕਿ ਮੈਂ ਬਹੁਤ ਵੱਡਾ ਗਿਆਨੀ ਆ। ਇਹ ਨਾਮ ਦਾ ਜਿਹੜਾ ਸਿਮਰਨ ਹੈ ਪਰਮੇਸ਼ਰ ਦੇ ਨਾਮ ਦਾ, ਇਹ ਮਨੁੱਖ ਦੀ ਮੱਤ ਨੂੰ ਟਿਕਾਣੇ ਰੱਖਦਾ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਲ ਸਵਾਰੇ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਹੇ ਵਿਦਵਾਨੋ, ਉਹ ਪੰਡਤੋ, ਤੁਸੀਂ ਵੇਦ ਪੜ੍ਹਦੇ ਹੋ ਪਰ ਮਨਮੱਤ ਨਹੀਂ ਛੱਡਦੇ, ਵੇਦਾਂ ਦੇ ਮੁਤਾਬਕ ਨਹੀਂ ਚੱਲਦੇ। ਵੇਦਾਂ ਨੂੰ ਪੜ੍ਹ ਕੇ ਵੀ ਤੁਸੀਂ ਲਾਲਚ ਬਹੁਤ ਕਰਦੇ ਹੋ। ਕਹੋ ਸਤਨਾਮ ਸੀ। ਜਿਵੇਂ ਤੁਸੀਂ ਗੰਗਾ 'ਤੇ ਜਾਓ, ਆ ਸੰਸਾਰ ਫੁੱਲ ਪਾਉਣ ਜਾਂਦਾ ਗੰਗਾ 'ਤੇ। ਉੱਥੇ ਗੰਗਾ ਦੇ ਜਦ ਉਤਰਦੇ ਹਾਂ ਅਸੀਂ ਗੱਡੀ ਤੋਂ ਜਾ ਕੇ, ਉਸ ਨਦੀ 'ਤੇ ਪਹੁੰਚਦੇ ਹਾਂ ਤੇ ਉੱਥੇ ਜਿਤਨੇ ਬ੍ਰਾਹਮਣ ਹਨ ਸਾਰੇ ਦਾਲੇ ਹੋ ਜਾਂਦੇ ਆ। ਤੂੰ ਕਿੱਥੋਂ ਆਇਆ, ਤੂੰ ਕਿੱਥੋਂ ਆਇਆ, ਸਾਰੇ ਪੁੱਛਦੇ ਆ। ਇੰਨਾ ਮਗਰ ਪੈ ਜਾਂਦੇ ਆ ਜਿਵੇਂ ਕਿਸੇ ਰੋਟੀ ਦੇ ਮਗਰ ਕਈ ਕੁੱਤੇ ਭੱਜ ਲੈਣ। ਕਹੋ ਸਤਨਾਮ ਸੀ। ਔਰ ਫਿਰ ਖਿੱਚ ਤੂੰ ਕਰਦੇ ਆ ਉਹਨਾਂ ਲੋਕਾਂ ਜਿਹੜੇ ਫੁੱਲ ਪਾਉਣ ਗਏ ਹੁੰਦੇ ਆ, ਆ ਜਾ ਮੇਰੇ ਕੋਲ ਆ, ਮੈਂ ਤੁਹਾਡੇ ਬੰਦੇ ਦੀ ਮੁਕਤੀ ਕਰਾਂਗਾ। ਫਿਰ ਇਹਨਾਂ ਨੇ ਗੁਰੂ ਪਿਆਰਿਓ ਇੱਕ ਵੱਡੀਆਂ ਵੱਡੀਆਂ ਬਹੀਆਂ ਲਾਈਆਂ ਹੋਈਆਂ ਸਾਡੀਆਂ ਇਦੋਂ ਪਹਿਲਾਂ ਦੀਆਂ 20 ਕੁਲਾਂ ਦਾ ਨਾਮ ਉਹ ਬਹੀਆਂ 'ਚ ਲਿਖੀ ਬੈਠੇ ਆ। ਕਹੋ ਸਤਨਾਮ। ਜਦੋਂ ਉਸ ਕੁਲ ਦਾ ਬੰਦਾ ਜਾਂਦਾ ਫਿਰ ਪੁੱਛਦੇ ਆ ਤੇਰਾ ਗੋਤਰ ਕੀ ਹੈ, ਤੂੰ ਕਿੱਥੋਂ ਆਇਆ, ਕਿਹੜਾ ਪਿੰਡ ਹੈ ਤੇਰਾ, ਕਿਹੜਾ ਜ਼ਿਲ੍ਹਾ। ਅਤੇ ਉਹ ਜਦੋਂ ਫਿਰ ਦੱਸ ਦਿੰਦਾ ਕਿ ਮੇਰਾ ਫਲਾਨਾ ਜ਼ਿਲ੍ਹਾ, ਫਲਾਨਾ ਪਿੰਡ ਹੈ, ਸਾਡਾ ਗੋਤਰ ਆ ਹੈ। ਉਹ ਤੂੰ ਤਾਂ ਸਾਡੇ ਕੋਲੇ ਆ, ਤੇਰੇ ਜਜਮਾਨ ਸਾਰੇ ਸਾਡੇ ਕੋਲੇ ਆਉਂਦੇ ਸੀ। ਕਹੋ ਚੱਲ ਮੇਰੇ ਕੋਲੇ ਚੱਲ। ਫਿਰ ਉਹਨਾਂ ਦੇ ਨਾਮ ਚੜ੍ਹਾਉਂਦੇ ਆ ਸਾਰਿਆਂ ਦੇ, ਪੁੱਤਰਾਂ ਪੋਤਰਿਆਂ ਦੇ।
इस तरह गुरु प्यारिओ सतगुरु पातशाह जी ने ये चीज़ां देखियां, भगतां ने वेखियां ते बाणी भी चढ़ा दित्तियां, बाणी भी इस करके रख दित्तियां कि दुनिया ऐसी होई आ। गली जिन्ना जप मालियां लोटे हाथ ने बग, कोई हर के संत ना आखिए बनारस के ठग। ऐसे संत ना मोको भावै, ਇਹੋ ਜਿਹੇ संत मैनू चंगे नहीं लगते ਜਿਹੜੇ डाला सिओ पेडा घटकावै। दरख्त है ਉਹਦੀਆਂ ਟਾਹਣੀਆਂ ਉਹਦੇ ਪੱਤੇ ਕਾਹਦੇ ਆਸਰੇ ਆ, ਮੁੱਢ ਦੇ ਆਸਰੇ। ਜੇ ਕੋਈ ਦਰਖਤ ਦੇ ਹੇਠੋਂ ਮੁੱਢ ਵੱਢ ਦੇਵੇ ਤਾਂ ਟਾਹਣੀਆਂ ਖਤਮ ਹੋ ਗਈਆਂ, ਪੱਤੇ ਖਤਮ ਹੋ ਗਏ। ਤੇ ਜਿਹੜਾ ਗ੍ਰਸਤੀ ਹੈ ਇਹਦਾ ਮੁੱਢ ਮਾਇਆ ਹੈ, ਪੈਸਾ ਹੈ, ਕਿਰਤ ਹੈ, ਦਸਾਂ ਨੌਹਾਂ ਦੀ ਕਿਰਤ ਕਰਕੇ ਪੈਸਾ ਕਮਾਉਂਦਾ। ਪਰ ਇਹ ਠੱਗ ਲੋਕ ਗ੍ਰਸਤੀਆਂ ਦੀ ਮਾਇਆ ਹੀ ਲੁੱਟ ਲੈਂਦੇ ਆ। ਦੱਸੋ ਉਹਨਾਂ ਦਾ ਜੀਵਨ ਕਿਵੇਂ ਚੱਲੂਗਾ? ਕੋ ਸਤਨਾਮ ਐਸੇ ਸੰਤ ਨਾ ਮੋਕੋ ਭਾਵੈ, ਡਾਲਾ ਸਿਓ ਪੇਡਾ ਗਟਕਾਵੈ। ਗਟਕਾਉਣਾ ਹੁੰਦਾ ਖਾ ਲੈਣਾ। ਤਾਂ ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੀ ਨੇ ਇਹਨਾਂ ਅਨੇਕਾਂ ਪਖੰਡਾਂ ਦੇ ਉੱਤੇ ਆਪਣੀ ਵਿਚਾਰ ਦੱਸੀ ਆ। ਕਹਿੰਦੇ ਇਹੋ ਜਿਹੇ ਲੋਕ ਮੈਨੂੰ ਚੰਗੇ ਨਹੀਂ ਲੱਗਦੇ। ਜੱਗ ਮੇ ਬਕਤੇ ਦੁੱਧਾ ਧਾਰੀ, ਬਾਹਰ ਪ੍ਰਸ਼ਾਦਾ ਛਕ ਲਓ। ਨਾ ਨਾ ਨਾ, ਪ੍ਰਸ਼ਾਦਾ ਤਾਂ ਜਿਹੜਾ ਕਣਕ ਹੈ ਜਿਹੜੀ ਇਹ ਤਾਂ ਕਾਮ ਵਾਸ਼ਨਾ ਪੈਦਾ ਕਰਦੀ ਆ, ਅਸੀਂ ਤਾਂ ਦੁੱਧ ਪੀਆ ਕਰਦੇ ਹਾਂ, ਅਸੀਂ ਦੁੱਧ ਦਾ ਧਾਰੀ ਹਾਂ। ਅਤੇ ਕਬੀਰ ਸਾਹਿਬ ਜੀ ਨੇ ਕਿਸੇ ਨੂੰ ਵੇਖਿਆ ਹੋਣਾ ਇੱਦਾਂ ਦਾ। ਜਕਮੇ ਬਕਤੇ ਦੁੱਧ ਦਾ ਧਾਰੀ, ਗੁਪਤੀ ਖਾਵੈ ਵਾਟਕਾ ਸਾਰੀ। ਵਾਟਕਾ ਕਹਿੰਦੇ ਹੈ ਬਾੜੀ ਨੂੰ, ਜਿਵੇਂ ਖਰਬੂਜਿਆਂ ਦੀ ਬਾੜੀ, ਫਲਾਂ ਫਰੂਟਾਂ ਦੀ ਬਾੜੀ। ਵਾਟਕਾ ਦਾ ਦੂਸਰਾ ਅਰਥ ਹੈ ਕੁੱਟੀ ਹੋਈ ਚੂਰੀ, ਚੂਰੀ ਵੱਟ ਕੇ। ਕਹਿੰਦੇ ਚੋਰੀਆਂ ਚੋਰੀਆਂ ਚੂਰੀ ਕੁੱਟ ਕੇ ਖਾਂਦੇ ਆ। ਦੁਨੀਆ ਨੂੰ ਕਹਿੰਦੇ ਅਸੀਂ ਦੁੱਧ ਪੀਂਦੇ ਹਾਂ, ਰੋਟੀ ਨਹੀਂ ਖਾਂਦੇ। ਜਗ ਮੇ ਬਕਤੇ ਦੁੱਧ ਦਾ ਧਾਰੀ, ਗੁਪਤੀ ਖਾਵੈ ਬਟਕਾ ਸਾਰੀ। ਇਸ ਤਰ੍ਹਾਂ ਕਹਿੰਦੇ ਚੋਰੋ ਚੋਰੀਆਂ ਦਰਖਤਾਂ ਦੀਆਂ ਜੜ੍ਹਾਂ ਵੀ ਨਾ ਛੱਡਣ, ਫਲ ਤਾਂ ਖਾਣੇ ਖਾਣੇ ਹੈ, ਉਹਨਾਂ ਦੀਆਂ ਜੜ੍ਹਾਂ ਵੀ ਖਾ ਜਾਣ। ਇਸੇ ਦੁਨੀਆ ਦੇ ਵਿੱਚ ਜਗ ਮੇ ਬਕਤੇ ਦੁੱਧ ਦਾ ਧਾਰੀ, ਗੁਪਤੀ ਖਾਵੈ ਬਟਕਾ ਸਾਰੀ। ਛੋੜੈ ਅੰਨ ਕਰੇ ਪਖੰਡ, ਜਿਹੜੇ ਅੰਨ ਛੱਡ ਕੇ ਪਖੰਡ ਕਰਦੇ ਆ ਵੀ ਅਸੀਂ ਰੋਟੀ ਨਹੀਂ ਖਾਂਦੇ, ਅਸੀਂ ਰੋਟੀ ਛੱਡੀ ਹੋਈ ਆ, ਅਸੀਂ ਇਕੱਲਾ ਦੁੱਧ ਪੀਂਦੇ ਹਾਂ, ਇਕੱਲੀ ਦਾਲ ਖਾਂਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਨਾ ਸੁਹਾਗਣ ਨਾ ਹੋਏ ਰੰਡ, ਨਾ ਉਹਨਾਂ ਨੂੰ ਮਨੁੱਖਾ ਜਨਮ ਮਿਲਣਾ, ਨਾ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਸੁਹਾਗਣ ਉਹ ਜਿਹੜੇ ਮਾਲਕ ਨੂੰ ਮਿਲ ਗਏ, ਅਤੇ ਰੰਡ ਇਸ ਸੰਸਾਰ ਦੇ 84 ਲੱਖ ਜੂਨਾਂ ਦੇ ਵਿੱਚ ਮਨੁੱਖਾ ਜੀਵਨ। ਕਹਿੰਦੇ ਨਾ ਦੁਬਾਰੇ ਮਨੁੱਖ ਬਣੇ ਜਾਣਾ ਅਤੇ ਨਾ ਤੁਹਾਨੂੰ ਰੱਬ ਮਿਲਣਾ, ਟੇਢੀਆਂ ਜੂਨਾਂ ਮਿਲ ਜਾਣੀਆਂ, 84 ਲੱਖ ਜੂਨਾਂ ਵਿੱਚ ਪੈ ਜਾਣਾ। ਨਾ ਸੁਹਾਗਣ ਨਾ ਹੋਏ ਰੰਡ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ ਉਹਨਾਂ ਵਿਦਵਾਨ ਪੰਡਤਾਂ ਨੂੰ ਜਿਨ੍ਹਾਂ ਨੇ ਆ ਕੇ ਕਿਹਾ ਕਿ ਅਸੀਂ ਵਿਦਾਂਤੀ ਹਾਂ, ਅਸੀਂ ਵਿਦਵਾਨਾਂ ਹਾਂ, ਵੇਦਾਂ ਨੂੰ ਪੜ੍ਹਦੇ ਹਾਂ, ਸਾਡੀ ਮੁਕਤੀ ਤਾਂ ਇੱਦਾਂ ਹੋ ਜੂ, ਪਰ ਤੁਸੀਂ ਨਾਮ ਦੀ ਪ੍ਰਚਾਰ ਕਰਦੇ ਹੋ, ਤੁਹਾਡੇ ਸਿੱਖਾਂ ਦੀ ਮੁਕਤੀ ਕਿਵੇਂ ਹੋਵੇਗੀ? ਤਾਂ ਫਿਰ ਗੱਲ ਚੱਲੀ ਗੁਰੂ ਅਮਰਦਾਸ ਜੀ ਦੀ ਇਸ ਤਰ੍ਹਾਂ। ਵਿਖਿਆ ਮਾਤੇ ਜਿਹੜੇ ਮਾਇਆ ਦੇ ਲਾਲਚ ਵਿੱਚ ਭਟਕ ਰਹੇ ਹਨ, ਕਿਛ ਸੂਝੈ ਨਾਹੀ ਹੋਰ ਕੋ ਸੁਝਦਾ ਨਹੀਂ, ਫਿਰ ਜੂਨੀ ਆਵਣਿਆ ਹਾਂ ਵਾਰੀ ਜੀਓ ਵਾਰੀ, ਹਾਂ ਮੈਂ ਮਾਰ ਮਿਲਾਵਣਿਆ ਮੈਂ ਬਲਿਹਾਰੇ ਜਾਵਾਂ, ਉਹਨਾਂ ਤੋਂ ਵਾਰ-ਵਾਰ ਬਲਿਹਾਰੇ ਜਾਵਾਂ। ਜਿਹੜੇ ਇਹਨਾਂ ਵਿਸ਼ੇ ਵਿਕਾਰਾਂ ਨੂੰ ਔਰ ਇਹਨਾਂ ਵਿਕਾਰਾਂ ਦੇ ਮੁਖੀ ਹੰਕਾਰ ਨੂੰ ਮਾਰ ਕੇ ਆਪਣੇ ਮਨ ਨੂੰ ਪਰਮੇਸ਼ਰ ਨਾਲ ਜੋੜਦੇ ਹਨ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆਵਣਿਆ। ਅਤੇ ਸਾਡੇ ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਦੱਸੀਆਂ ਜਾਂਦੀਆਂ, ਸੇਵਾ ਅਤੇ ਸਿਮਰਨ। ਸਿਮਰਨ ਵਾਹਿਗੁਰੂ ਮੰਤਰ ਦਾ ਅਤੇ ਸੇਵਾ ਸੰਗਤ ਦੀ, ਗੁਰੂ ਦੀ ਸੇਵਾ। ਤਾਂ ਆਪੇ ਸੇਵਾ ਲਾਈਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪੇ ਆਪੇ ਸਾਰ ਕਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰੂ ਦੀ ਸੇਵਾ ਵਿੱਚ ਆ ਕੇ ਹਰੀ ਦਾ ਨਾਮ ਜਪਦੇ ਹਨ, ਹਿਰਦੇ ਵਿੱਚ ਹਰੀ ਦਾ ਨਾਮ ਵਸਿਆ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਅਤੇ ਯੁੱਧ ਦਾ ਮਤਲਬ ਐਵੇਂ ਕਿਸੇ ਨਾਲ ਲੜਦੇ ਫਿਰਨਾ ਨਹੀਂ, ਜ਼ੁਲਮ ਨੂੰ ਖਤਮ ਕਰਨਾ। ਜੰਗ ਅੰਦਰ ਵੀ ਚੱਲਦਾ ਅਤੇ ਜੰਗ ਬਾਹਰ ਵੀ ਚੱਲਦਾ। ਖਾਲਸਾ ਸੋਈ ਜੋ ਕਰੇ ਨਿਤ ਜੰਗ। ਹੁਣ ਮਨ ਦੇ ਨਾਲ ਕਿੰਨੀ ਜੰਗ ਕਰਨੀ ਪੈਂਦੀ ਆ। ਮਨੁੱਖ ਨੂੰ ਮਨ ਜਿਹੜਾ ਪੁੱਠੇ ਪਾਸੇ ਲੈ ਕੇ ਜਾਂਦਾ ਹੈ, ਅਤੇ ਜਿਹੜਾ ਸਿੱਖ ਹੁੰਦਾ ਹੈ ਉਹ ਲੜਾਈ ਕਿਉਂ ਪੁੱਠੇ ਪਾਸੇ ਜਾਣ ਤੋਂ ਰੋਕਦਾ ਹੈ। ਆਮ ਤਾਂ ਮਨੁੱਖ ਰੁੜ ਜਾਂਦੇ ਹਨ, ਪਾਣੀ ਦੀ ਨਿਆਈ, ਜਿਵੇਂ ਪਾਣੀ ਜਿੱਧਰ ਜਾਂਦਾ ਉੱਧਰ ਨੂੰ ਰੁੜ ਕੇ ਚੀਜ਼ਾਂ ਲੈ ਜਾਂਦਾ। ਆਮ ਮਨੁੱਖ ਤਾਂ ਮਨ ਦੇ ਬਹਾਵ ਵਿੱਚ ਰੁੜ ਜਾਂਦੇ ਹਨ, ਪਰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਜਿਹੜੇ ਗੁਰਮੁਖ ਬਣ ਜਾਂਦੇ ਆ, ਗੁਰੂ ਦੇ ਮੁਤਾਬਕ ਚੱਲਦੇ ਹਨ, ਉਹ ਇਸ ਤਰ੍ਹਾਂ ਉਲਟੇ ਰੁੜਦੇ ਨਹੀਂ।
ਉਹ ਉਸ ਤਰ੍ਹਾਂ ਆਪਣੇ ਜੀਵਨ ਨੂੰ ਜਿਉਂਦੇ ਐ ਜਿਵੇਂ ਮੱਛੀ ਦਾ ਸੁਭਾਅ ਦੇਖੋ ਤੁਸੀਂ। ਆ ਸਰੋਵਰ ਤਾਂ ਚਲੋ ਖੜਾ, ਮੱਛੀਆਂ ਭੱਜੀਆਂ ਫਿਰਦੀਆਂ ਇੱਧਰ ਉੱਧਰ। ਜਦੋਂ ਵਗਦੇ ਪਾਣੀ ਵਿੱਚ ਮੱਛੀ ਹੋਵੇ ਨਾ, ਤੇ ਮੱਛੀ ਦਾ ਇੱਕ ਸੁਭਾਅ ਹੈ, ਮੇਨ ਕੀ ਜੁਗਤ ਮਨ ਰਾਖੀ ਹੈ। ਪਾਤਸ਼ਾਹ ਨੇ ਬਚਨ ਬਾਣੀ 'ਚ ਦੱਸਿਆ ਕੀ ਕਰਦੇ ਆ। ਜਦੋਂ ਪਾਣੀ ਵਗ ਰਿਹਾ ਨਾ ਤਾਂ ਮੱਛੀ ਪਾਣੀ ਦੇ ਨਾਲ 2-3 ਫੁੱਟ ਰੁੜਦੀ ਹੈ, ਪਰ 2-3 ਫੁੱਟ ਜਾਣ ਤੋਂ ਬਾਅਦ ਛਾਲ ਮਾਰ ਕੇ ਫਿਰ ਉੱਥੇ ਆ ਜਾਂਦੀ ਹੈ। ਭਾਵ ਉਹ ਪਾਣੀ ਦੇ ਨਾਲ ਦੂਰ ਤੱਕ ਨਹੀਂ ਜਾਂਦੀ। ਕਹੋ ਸਤਨਾਮ ਸ੍ਰੀ। ਪਾਣੀ ਵਗਦਾ ਹੈ, ਮੱਛੀ ਵਿੱਚ ਹੈ, ਥੋੜ੍ਹਾ ਰੁੜਦੀ ਹੈ, ਉਹ ਟਿਕ ਜਾਂਦੀ ਹੈ, ਪਰ 2-3 ਫੁੱਟ ਜਾਂ ਇੱਕ ਕਰਮ ਜਾਣ ਤੋਂ ਬਾਅਦ ਉਹ ਪੁੱਠੀ ਛਾਲ ਮਾਰਦੀ ਹੈ। ਮੇਨ ਕੀ ਜੁਗਤ ਮਨ ਰਾਖੀ ਹੈ, ਉੱਡੈ ਨਾ ਹੰਸ ਨਾ ਕੰਧ ਛੀਜੈ। ਜੇ ਹੰਸ ਕਿਹਾ ਸਾਡੀ ਸੁਰਤ ਨੂੰ, ਸਾਡੇ ਮਨ ਨੂੰ, ਕਹਿੰਦੇ ਮੱਛੀ ਦੀ ਤਰ੍ਹਾਂ ਰਹਿਣਾ ਕਰੋ। ਇਸ ਮਨ ਨੂੰ ਗੁਰੂ ਦੇ ਚਰਨਾਂ 'ਚੋਂ ਦੂਰ ਨਾ ਜਾਣ ਦਿਓ। ਮੋੜ ਕੇ ਫਿਰ ਉੱਥੇ ਲਿਆਓ, ਮੋੜ ਕੇ ਫਿਰ ਉੱਥੇ ਲਿਆਓ, ਮੋੜ ਕੇ ਫਿਰ ਉੱਥੇ ਲਿਆਓ। ਇਹ ਜਾਂਦਾ ਇਹਨੂੰ ਮੋੜ ਕੇ ਫਿਰ ਉੱਥੇ ਲਿਆਓ। ਖਾਲਸਾ ਸੋਈ ਜੋ ਕਰੇ ਨਿਤ ਜੰਗ, ਖਾਲਸਾ ਸੋਈ ਜੋ ਚੜ੍ਹੇ ਤੁਰੰਗ। ਹੁਣ ਸਾਰਿਆਂ ਕੋਲੇ ਘੋੜੇ ਤਾਂ ਹੈ ਨਹੀਂ ਨਾ, ਪਰ ਇੱਥੇ ਤੁਰੰਗ ਦਾ ਮਤਲਬ ਹੈ ਜਿਹੜਾ ਮਨ ਰੂਪੀ ਘੋੜੇ ਉੱਤੇ ਕਾਬੂ ਪਾ ਲਵੇ, ਉਹ ਮੇਰਾ ਖਾਲਸਾ ਹੈ। ਕਹੋ ਸਤਨਾਮ ਸ੍ਰੀ। ਜਿਹੜਾ ਮਨ ਦੇ ਨਾਲ ਰੋਜ਼ ਜੰਗ ਕਰਦਾ ਹੈ, ਮਨ ਪੁੱਠੇ ਪਾਸੇ ਲੈ ਕੇ ਜਾਂਦਾ ਤੇ ਇਹਨੂੰ ਮੋੜ ਕੇ ਲਿਆਉਣਾ। ਭਾਈ ਜੋਗਾ ਬਹਿ ਗਿਆ ਮਨ ਦੀਆਂ ਤਰੰਗਾਂ ਦੇ ਵਿੱਚ, ਮਨ ਦੀਆਂ ਲਹਿਰਾਂ 'ਚ ਰੁੜ ਚੱਲਿਆ ਸੀਗਾ। ਬੇਸਵਾ ਦੇ ਕੋਠੇ ਦੇ ਦਰ 'ਤੇ ਪਹੁੰਚ ਗਿਆ, ਪਰ ਧੰਨ ਗੁਰੂ ਗੋਬਿੰਦ ਸਿੰਘ ਉੱਥੋਂ ਮੋੜ ਕੇ ਲਿਆਏ। ਜੇ ਉੱਥੇ ਜੰਗ ਕਰਦਾ ਮਨ ਦੇ ਨਾਲ, ਪਰ ਅਸਲ ਵਿੱਚ ਮਨ ਵਿੱਚ ਹੰਕਾਰ ਆ ਗਿਆ ਸੀਗਾ ਕਿ ਮੇਰੇ ਵਰਗਾ ਕਿਹੜਾ ਸਿੱਖ ਹੈ ਜਿਹਦਾ 2 ਲਾਵਾਂ ਲੈ ਕੇ ਘਰ ਵੱਲ ਨੂੰ ਛੱਡਿਆ ਆਵੇ। ਬਸ ਇਹ ਹੰਕਾਰ ਤੋਂ ਬਾਅਦ ਵਿਕਾਰ ਆ ਗਏ, ਕਾਮ ਆ ਗਿਆ, ਵਾਸ਼ਨਾਵਾਂ ਆ ਗਈਆਂ, ਤੇ ਇਹਨੂੰ ਰੋੜ ਕੇ ਲੈ ਚੱਲੀਆਂ। ਉਹ ਤਾਂ ਗੁਰੂ ਨਾਲ ਵਾਅਦਾ ਹੋਇਆ ਸੀ, ਤੂੰ ਮੇਰੇ ਜੋਗਾ ਮੈਂ ਤੇਰੇ ਜੋਗਾ, ਤੇ ਗੁਰੂ ਉਹਦੀ ਬਾਂਹ ਫੜ ਕੇ ਮੋੜ ਲਿਆਇਆ। ਕਹੋ ਸਤਨਾਮ ਸੀ। ਨਹੀਂ ਤਾਂ ਮੁਸ਼ਕਲ ਹੋ ਗਿਆ ਸੀ ਕੰਮ। ਇਸ ਕਰਕੇ ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ। ਜਿੱਥੇ ਸਿਮਰਨ ਜ਼ਰੂਰੀ ਆ ਉੱਥੇ ਸੇਵਾ ਵੀ ਜ਼ਰੂਰੀ ਆ। ਦੋਨੇ ਕੰਮ ਇਕੱਠੇ ਆ। ਜਿਵੇਂ ਪੰਛੀ ਦੇ 2 ਖੰਭ ਹੁੰਦੇ ਆ ਤੇ ਦੋਨਾਂ ਖੰਭਾਂ ਦੇ ਨਾਲ ਉੱਡਦਾ, ਇਸੇ ਤਰ੍ਹਾਂ ਸੇਵਾ ਸਿਮਰਨ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਹਰ ਰਸ ਸਹਿਜ ਪਿਆਵਣਿਆ ਰਹਾਓ, ਵੇਦ ਪੜ੍ਹੇ ਹਰ ਰਸ ਨਹੀਂ ਆਇਆ। ਉਹਨਾਂ ਪੰਡਤਾਂ ਦੇ ਨਾਲ ਗੱਲ ਕਰਦੇ ਹੋਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਵੇਦ ਤਾਂ ਪੜ੍ਹਦੇ ਹੋ, ਤੁਹਾਨੂੰ ਸਵਾਦ ਆਉਂਦਾ, ਕੋਈ ਰਸ ਆਉਂਦਾ? ਰਸ ਕਿੱਥੋਂ ਆਵੇ? ਕਿਉਂਕਿ ਮਨ ਵਿੱਚ ਹੰਕਾਰ ਹੈ ਕਿ ਮੇਰੇ ਵਰਗਾ ਪੰਡਤ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ। ਤੇ ਜਦੋਂ ਇਹ ਹੰਕਾਰ ਹੈ ਤਾਂ ਫਿਰ ਤੁਹਾਨੂੰ ਇਸ ਚੀਜ਼ ਦਾ ਰਸ ਨਹੀਂ ਆ ਸਕਦਾ। ਵੇਦ ਪੜ੍ਹੇ ਹਰ ਰਸ ਨਹੀਂ ਆਇਆ, ਵਾਦ ਵਖਾਣਾ ਮੋਹੇ ਮਾਇਆ। ਵਾਦ ਹੁੰਦਾ ਝਗੜਾ। ਤੇ ਗੁਰੂ ਪਿਆਰਿਓ, ਇੱਕ ਐਸਾ ਬ੍ਰਾਹਮਣ ਹੋਇਆ ਜਿਹੜਾ ਉੱਠ ਦੇ ਉੱਤੇ ਗ੍ਰੰਥ ਲੱਦੀ ਫਿਰਦਾ ਸੀਗਾ। ਤੇ ਗੁਰੂ ਪਿਆਰਿਓ, ਉਹ ਆਪਣੇ ਆਪ ਨੂੰ ਜਗਤ ਜੀਤ ਕਹਾਉਣਾ ਚਾਹੁੰਦਾ ਸੀ, ਤੇ ਉਹਨੇ ਬਹੁਤ ਸਾਰੇ ਪੰਡਤਾਂ ਦੇ ਨਾਲ ਚਰਚਾ ਕੀਤੀ, ਗਰੀਬ ਪੰਡਤਾਂ ਦੇ ਨਾਲ। ਤੇ ਚਰਚਾ ਕਰਦਾ ਹੋਇਆ ਕਹਿ ਦਿੰਦਾ ਕਿ ਆ ਮੇਰੇ ਨਾਲ ਚਰਚਾ ਕਰ ਜੇ ਤੂੰ ਪੰਡਤ ਹੈ ਤਾਂ। ਤੇ ਜਿਹੜਾ ਹਾਰ ਗਿਆ ਉਹ ਉਹਦੇ ਗ੍ਰੰਥ ਖੋਲੂਗਾ। ਤੇ ਬੜਾ ਚਲਾਕ ਬੰਦਾ ਸੀਗਾ। ਗਰੀਬ ਪੰਡਤਾਂ ਨੂੰ ਹਰਾ ਕਰਕੇ ਉਹਨਾਂ ਦੇ ਗ੍ਰੰਥ, ਉਹਨਾਂ ਦੇ ਵੇਦ ਲੈ ਜਾਂਦਾ। ਉੱਠ ਲੱਦੀ ਫਿਰੇ। ਚੱਲਦਾ ਚੱਲਦਾ ਗੁਰੂ ਪਿਆਰਿਓ, ਜਿੱਥੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅੰਬਾਲੇ ਦੇ ਇਲਾਕੇ ਦੇ ਵਿੱਚ ਜਦੋਂ ਜਾ ਰਹੇ ਸੀ ਦਿੱਲੀ ਨੂੰ, ਤੇ ਕਿਤੇ ਇਹ ਵੀ ਅੱਗੋਂ ਆ ਗਿਆ। ਔਰ ਇਹਨੇ ਵੇਖਿਆ ਬੜਾ ਲਾਓ ਲਸ਼ਕਰ ਜਾ ਰਿਹਾ। ਕਿਸੇ ਸਿੱਖ ਨੂੰ ਪੁੱਛਿਆ ਵੀ ਇਹ ਕੌਣ ਜਾ ਰਿਹਾ ਹੈ? ਉਹ ਕਹਿਣ ਲੱਗਿਆ ਵੀ ਇਹ ਗੁਰੂ ਹਰਕ੍ਰਿਸ਼ਨ ਜੀ ਹੈ, ਸਿੱਖਾਂ ਦੇ 8ਵੇਂ ਗੁਰੂ। ਅੱਛਾ, ਕਿਹੜੇ ਆ ਇਹਨਾਂ 'ਚੋਂ? ਕਹਿੰਦੇ ਜਿਹੜੇ ਉਹ ਹੁਣ ਹਾਥੀ 'ਤੇ ਬੈਠੇ ਆ ਅਹੁਦੇ 'ਚ, ਉਹ ਜਵਾਕ ਜਾ, ਬੱਚਾ ਜਾ। ਕਹਿੰਦੇ ਬੱਚਾ ਨਾ ਕਹੇ ਉਸ ਨੂੰ, ਉਹ ਗੁਰੂ ਹੈ। ਕਹਿੰਦਾ ਮੈਂ ਨਹੀਂ ਮੰਨਦਾ। ਕਮਲੇ ਸਿੱਖ ਕਹਿੰਦੇ ਇੱਕ ਛੋਟੇ ਜਿਹੇ ਬੱਚੇ ਨੂੰ ਗੁਰੂ ਕਹੀ ਜਾਂਦੇ ਆ। ਗੁਰੂ ਬਣਨ ਵਾਸਤੇ ਤਾਂ ਵੇਦਾਂ ਗ੍ਰੰਥਾਂ ਨੂੰ ਪੜ੍ਹਨਾ ਪੈਂਦਾ। ਕਹਿੰਦੇ ਨਹੀਂ ਨਹੀਂ ਐਸੀ ਗੱਲ ਨਹੀਂ। ਕਹਿੰਦਾ ਮੇਰੇ ਨਾਲ ਗੱਲ ਕਰਾ। ਹੰਕਾਰੀ ਸੀਗਾ। ਕਹਿੰਦਾ ਮੇਰੇ ਨਾਲ ਗੱਲ ਕਰਾ। ਤੇ ਉਹ ਸਿੱਖ ਨੇ ਜਾ ਕੇ ਗੁਰੂ ਪਾਤਸ਼ਾਹ ਨੂੰ ਦੱਸਿਆ, ਤੇ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਪੜਾਅ ਕਰੋ। ਉੱਥੇ ਰੋਕ ਲਿਆ ਸਾਰਿਆਂ ਨੂੰ। ਘੋੜੇ, ਹਾਥੀ, ਗੱਡੇ ਸਭ ਰੋਕ ਦਿੱਤੇ ਔਰ ਉਤਰ ਗਏ। ਪੜਾ ਕਰ ਲਿਆ। ਗੁਰੂ ਸਾਹਿਬ ਜੀ ਦੇ ਲਈ ਆਸਣ ਲਾਤਾ, ਬੈਠ ਗਏ। ਹਾਂ ਪੰਡਤਾ ਦੱਸ ਕੀ ਗੱਲ ਆ? ਕਹਿੰਦਾ ਮੈਨੂੰ ਇੱਕ ਸ਼ੰਕਾ ਹੈ ਵੀ ਤੁਸੀਂ ਛੋਟੀ ਜਿਹੀ ਉਮਰ 'ਚ ਕਿਵੇਂ ਗੁਰੂ ਬਣ ਗਏ? ਗੁਰੂ ਬਣਨ ਵਾਸਤੇ ਤਾਂ ਵੇਦਾਂ ਗ੍ਰੰਥਾਂ ਨੂੰ ਪੜ੍ਹਨਾ ਪੈਂਦਾ, ਗਿਆਨ ਲੈਣਾ ਪੈਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ,
परमेश्वर चाहे तो किसी को भी ज्ञान दे सकता है। तैनू वो ज्ञान नहीं हजे आया जिहड़ा ज्ञान सानू गुरु नानक ने दिता। कहते कमाल हो गई, नाम भी हर कृष्ण रखाया होया, कृष्ण तो वड्डा, द्वापर युग के कृष्ण जी होए ना, कहते नाम भी कृष्ण तो वड्डा हर कृष्ण। मैं मान जूँगा तुसी मैनू गीता के अर्थ करके सुना दिओ। उहदा ख्याल सी भी छोटी उम्र है 5-6 साल, टोटल उम्र 8वें पातशाह ने 8 साल ही वरती है। 8 साल की उम्र के विच ही उन्होंने ज्योति जोत समाउणा कीता सी, उस वेले उम्र घट सी। तो कहना मैं मान जूँगा भी तुहाडा नाम हर कृष्ण है, तुसीं सिखां दे 8वें गुरु हो, मैनू तुसीं गीता के अर्थ करके सुना दिओ। तो गुरु हरकृष्ण जी कहने पंडिता ये मन बड़े फुरने बनाउंदा है, जे तैनू असीं गीता के अर्थ करके सुनाते तेरे मन ने अगली गल चक लैनी है बई इन्हां नूं सिखां ने पढ़ाती होनी है गीता बचपन विच। तूं आए कर पिंड चों जिहड़ा बंदा लगदा है ना भी कदे मंदिर च नहीं गया होना, गीता नहीं सुनी, उहनूं लैके आ। फिर ये पंडित जाके नगर दे विचों एक महरे नूं लैके आया जिसका नाम छज्जू झिओर है, जो लोगों ने पानी पाउंदा वहंगी दे नाल। वहंगी नाल 2 घड़े बने हुंदे आ, बाहरों भर के लियाउणा, लोगों ने घड़े उल्टा जाना। उस महरे नूं लियाया, छज्जू महरे नूं। गुरु प्यारो ओनूं कहंदा लाज, कहंदे मैं पैसे देऊँगा, मैं नाल चल काम है थोड़ा जिहा। वो छड्ड के वहंगी ते उहदे नाल आ गया पातशाह जी दे कोल। आगे कहंदा जी लिआंदा बंदा, कहने तैनूं भरोसा है ना भी ये गीता नहीं जानदा? कहने हाँ जी, ये कदे मंदिर च गया ही नहीं, पानी ढोंदा है, इनू शूदर नूं जान कौन दिंदा मंदिर च? कहंदे आ जा बह जा छज्जू। ऐ कर पातशाह ने एक डंडा एडा क रखदे सीगे जिहदे मूहरे छोटा जिहा फुੱਲ लग्या, वो फुੱਲ वाली छटी जी इहदे सिर ते रखी ते कहंदे छज्जू ये पंडित नूं गीता दे अर्थ सुना दे। बस फिर की सी, ਜਿਹੜੇ अर्थ वो छज्जू ने सुनाए पंडित सुन के हैरान हो गया, फिर पैरी पै गया। जिहड़ा जगतजीत बनता फिरदा सीगा फिर वो 8वें पातशाह के चरणों च ढह के माफ़ी मंगदा है। तो गुरु प्यारिओ उस उसे याद दे विच अंबाले दे विच गुरु प्यारिओ पंजोखरा साहिब नाम का स्थान बनिया होया है गुरुद्वारा साहब। तो कहण तो भाव है कि ये ज्ञान है जिहड़ा ये परमेश्वर पता नहीं किहनूं दे देवे, किहदे अंदर आ जावे, पर मनुख जिहड़ा है ज्ञान प्राप्त करके लड़ाइयां करदा कि मेरे वर्गा ज्ञानी किहड़ा। बाद बखाना मोहे माया अज्ञान मती सदा अंधियारा, गुरमुख बूझ हर गावनिया। ये तो गुरु नूं पुछ के हरि नूं गाओ पंडितो, हरि दा सिमरन करिया करो। गुरमुख बन के गुरु नूं पुछ के हरि नूं गाया करो, वो दसूगा अकथो कथिया शब्द सुहावे, उन्हों किमें सिमरना है किमें गाउणा। खैर इसी पवित्र शब्द की विचार, अकथो कथिया शब्द सुहावे, गुरमती मन सच्चो भावे। गुरु की मत लैके उस सच दे नाल जुड़ना करो तां तुसीं उहदे दर ते प्रवान हो जाओ, उन्होंने भा जाओ। कौन भावेगा? सो सिख सखा बंध पहै भाई, जे गुर के भाणे विच आवे। अपने भाणे जो चलै भाई, विछड़ चोटा खावे भाऊ केड़ा जिहड़ा गुरु की गल मनूगा। तो पातशाह कहंदे जो सच रते अकथो कथिया शब्द सुहावे, गुरमती मन सच्चो भावे। सच्चो सच रवै दिन राती, ये मन सच रंगावनिया। जदों साडा मन उहदे रंग विच रंगिया गया तो हमेशा ही असीं ਉਹਦੇ ਨਾਲ जुड़े रहांगे। खैर ਰਹਿੰਦੇ ਚਾਰਕ ਪਰਿਆਂ ਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਵਿਚਾਰਾਂ ਨੂੰ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰਵਾਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।